ਇਹ ਜਿਹੜੀ ਡਾਇਬਟੀਜ਼ ਆ ਕੀ ਇਹ ਹਾਰਟ ਅਟੈਕ ਦੇ ਜਿਹੜੇ ਰਿਸਕ ਨੇ ਉਹਨਾਂ ਨੂੰ ਵੀ ਵਧਾ ਦਿੰਦੀ ਹੈ? ਇਹ ਜਿਹੜੀ ਬਿਮਾਰੀ ਹੈ ਇਹ ਘਰ ਘਰ ਦੀ ਬਿਮਾਰੀ ਹੋ ਗਈ ਹੈ ਹੁਣ। ਅਗਰ ਅਸੀਂ 50 ਸਾਲ ਪਹਿਲੇ ਦੀ ਗੱਲ ਕਰੀਏ ਤੇ ਉਦੋਂ ਇਹ ਇੰਨੀ ਬਿਮਾਰੀ ਨਹੀਂ ਸੀ ਹੈ, ਲੇਕਿਨ ਹੁਣ ਅਸੀਂ ਦੇਖਦੇ ਪਏ ਹਾਂ ਕਿ ਇਹ ਹਰ ਘਰ ਵਿੱਚ ਬਿਮਾਰੀ ਹੈ। ਜਿਨ੍ਹਾਂ ਦੇ ਪੇਰੈਂਟਸ ਨੂੰ ਬਿਮਾਰੀ ਹੁੰਦੀ ਹੈ ਅੱਗੇ ਹੋਣੇ ਦੇ ਚਾਂਸਸ ਜ਼ਿਆਦਾ ਹੁੰਦੇ। ਸੋ ਇਹ ਗਰੁੱਪ ਆਫ ਜੀਨਸ ਜਿਹੜੇ ਨੇ ਇਨਵੋਲਵ ਹੁੰਦੇ ਨੇ ਇਹ ਜਿਹੜੀ ਡਾਇਬਟੀਜ਼ ਦੇ ਨਾਲ। ਕਿਡਨੀ ਡੈਮੇਜ ਦਾ ਕਿੱਡਾ ਕੁ ਵੱਡਾ ਰਿਸਕ? ਤੇ ਕਿਡਨੀ ਦੀ ਤੁਸੀਂ ਗੱਲ ਕੀਤੀ ਹੈ, ਇੱਕ ਤੇ ਹੁੰਦਾ ਕਿ ਜੈਨੇਟਿਕਲੀ ਕਿਸੇ ਦੀ ਕਿਡਨੀਜ਼ ਹੀ ਕਮਜ਼ੋਰ ਹੁੰਦੀਆਂ ਨੇ ਕਿਉਂਕਿ ਪੇਰੈਂਟਸ ਨੂੰ ਉਹ ਜਿਹੇ ਚੀਜ਼ ਮਿਲੇ ਹੁੰਦੇ ਨੇ। ਲੇਕਿਨ ਜਿਸ ਵੇਲੇ ਡਾਇਬਟੀਜ਼ ਦੀ ਬਿਮਾਰੀ ਅਗਰ ਹੁੰਦੀ ਹੈ ਉਹਦੇ ਨਾਲ ਵੀ ਕਿਡਨੀਜ਼ ਦੇ ਇਫੈਕਟ ਹੁੰਦਾ ਹੈ। ਉਹ ਕਿਉਂਕਿ ਕਿਡਨੀ ਦਾ ਕੰਮ ਹੁੰਦਾ ਹੈ ਬਲੱਡ ਨੂੰ ਪਿਊਰੀਫਾਈ ਕਰਨਾ, ਇਸ ਲਈ ਉਹਦੇ ਚ ਬਲੱਡ ਵਿੱਚ ਸ਼ੂਗਰ ਮਿਕਸ ਹੋਈ ਹੁੰਦੀ ਹੈ ਤੇ ਉਹ ਫਿਰ ਉਹਨਾਂ ਵਾਸਤੇ ਲੋਡ ਜ਼ਿਆਦਾ ਬਣਦਾ ਹੈ ਤੇ ਕਿਡਨੀ ਦਾ ਡੈਮੇਜ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਪੈਕਡ ਫੂਡ ਜਿਹਨੂੰ ਕਹਿੰਦੇ ਨੇ ਜਾਂ ਪ੍ਰੋਸੈਸਡ ਫੂਡ ਕਹਿੰਦੇ ਨੇ, ਅਸੀਂ ਅਗਰ ਇਹ ਲਗਾਤਾਰ ਲੈਂਦੇ ਰਹਿੰਦੇ ਆ ਇਹ ਸਾਡੀ ਬਾਡੀ ਲਈ ਮਾਫਿਕ ਨਹੀਂ ਆਉਂਦੇ ਤੇ ਇਸ ਕਰਕੇ ਸਾਡੇ ਐਲਰਜੀਜ਼ ਬਣ ਜਾਂਦੀਆਂ ਨੇ। ਤੇ ਜਿਸ ਲਈ ਐਲਰਜੀ ਜ਼ਿਆਦਾ ਹੋ ਜਾਂਦੀ ਹੈ ਤੇ ਸਾਡੀ ਬਾਡੀ 'ਚ ਸੋਜ ਵੀ ਵੱਧ ਜਾਂਦੀ ਹੈ ਤੇ ਸਾਡੇ ਅੰਦਰ ਜਿਹੜੀਆਂ ਚੇਂਜਸ ਆ ਜਾਂਦੀਆਂ। ਜਿਹੜਾ ਆਪਣਾ ਰਿਸਕ ਹੈ ਹਾਰਟ ਡਿਸੀਜ਼ ਦਾ ਜਾਂ ਹੋਰ ਕਿਸੇ ਵੀ ਤਰੀਕੇ ਦਾ, ਉਹਨੂੰ ਆਪਾਂ ਕਿਵੇਂ ਘੱਟ ਕਰ ਸਕਦੇ ਹਾਂ? ਕਿਉਂਕਿ ਇੱਕ ਤੇ ਜਿਹੜੀ ਕੋਈ ਵੀ ਬਿਮਾਰੀ ਉਹਨੂੰ ਇਦਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨੂੰ ਸੀਰੀਅਸਲੀ ਲੈਣਾ ਚਾਹੀਦਾ। ਕਿਉਂਕਿ ਬਹੁਤ ਸਾਰੇ ਮੈਨੂੰ ਕਹਿੰਦੇ ਕਿ ਅਸੀਂ ਗੋਲੀ ਖਾ ਲੈਣੇ ਤੇ ਕੰਮ ਸਰ ਜਾਂਦਾ ਹੈ। ਉਹ ਅੱਜ ਤੱਕ ਕੰਮ ਸਰ ਜਾਏਗਾ ਲੇਕਿਨ ਅਸੀਂ ਆਪਣੇ 2 ਸਾਲ 5 ਸਾਲ 10 ਸਾਲ ਬਾਅਦ ਵੀ ਦੇਖਣਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਹੈਲਥ ਦੇ ਨਾਲ ਜੁੜੇ ਇਸ ਖਾਸ ਸੈਗਮੈਂਟ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਡਾਕਟਰ ਨਿਸ਼ਾ ਜੀ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕੁਝ ਅਹਿਮ ਇਸ਼ੂਜ਼ ਨੂੰ ਲੈ ਕੇ, ਕੁਝ ਅਹਿਮ ਬਿਮਾਰੀਆਂ ਨੂੰ ਲੈ ਕੇ, ਤੇ ਨਾਲ ਹੀ ਉਹਨਾਂ ਦਾ ਇੱਕ ਸੈਮੀਨਾਰ ਜਿਹੜਾ ਹੋਣ ਜਾ ਰਿਹਾ ਜਿਹਦੇ ਬਾਬਤ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨੀਆਂ ਬੇਹੱਦ ਜ਼ਰੂਰੀ ਆ। ਤੇ ਸੈਮੀਨਾਰ ਜਿਹੜਾ ਉਹ ਹੋਣ ਜਾ ਰਿਹਾ ਤੇ ਉਸ ਬਾਬਤ ਤੁਸੀਂ ਗੱਲਬਾਤ ਕਰ ਸਕਦੇ ਹੋ 419 699 0626 ਦੇ ਉੱਤੇ 419 699 0626 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਡਾਕਟਰ ਨਿਸ਼ਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਉੱਤੇ। ਥੈਂਕ ਯੂ ਪ੍ਰਵੀਨ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜੀ ਬਿਲਕੁਲ, ਤੇ ਆਪਾਂ ਜਿਹੜੇ ਆਪਣੇ ਸਿਹਤ ਦੇ ਨਾਲ ਜੁੜੇ ਕੁਝ ਮਾਮਲੇ ਨੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਡਾਇਬਟੀਜ਼ ਨੂੰ ਲੈ ਕੇ, ਉਹਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਤੇ ਕੁਝ ਸਵਾਲ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨੇ ਉਹਨਾਂ ਦੇ ਨਾਲ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਡਾਕਟਰ ਨਿਸ਼ਾ ਡੋਗਰਾ ਜੀ ਦੇ ਬਾਰੇ ਤੁਹਾਨੂੰ ਦੱਸਦਾ ਚੱਲਾਂ। ਡਾਕਟਰ ਨਿਸ਼ਾ ਡੋਗਰਾ ਜਿਹੜੇ ਨੇ ਉਹ ਹਾਇਰ ਐਜੂਕੇਸ਼ਨ ਉਹਨਾਂ ਨੇ ਹਾਸਲ ਕੀਤੀ ਹੈ ਕੈਲੀਫੋਰਨੀਆ ਤੋਂ, USA ਤੋਂ, ਮੌਂਟਰੀਅਲ ਕੈਨੇਡਾ ਤੋਂ, ਤੇ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਆ ਉੱਥੋਂ, ਤੇ ਇਹਦੇ ਨਾਲ ਕੰਮ ਵੀ ਕੀਤਾ ਉਹਨਾਂ ਨੇ ਵੈਨਕੂਵਰ ਜਨਰਲ ਹਸਪੀਟਲ ਦੇ ਵਿੱਚ। ਤੇ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ 30 ਸਾਲਾਂ ਦੇ ਤਜਰਬੇ ਤੋਂ ਲਗਾਤਾਰ ਡਿਸੀਜ਼ ਨੂੰ ਫਾਈਟ ਕਰਨ ਦਾ ਜਿਹੜਾ ਇੱਕ ਨੈਚੁਰਲ ਨਿਊਟ੍ਰੀਸ਼ਨ ਜਿਹੜਾ ਪ੍ਰੈਕਟੀਸ਼ਨਰ ਆ ਉਹਦੇ ਤੌਰ ਤੇ ਉਹ ਕੰਮ ਕਰ ਰਹੇ ਨੇ। ਤੇ ਇਹਦੇ ਨਾਲ ਉਹ ਪ੍ਰੈਜ਼ੀਡੈਂਟ ਨੇ, CEO ਨੇ ਐਡਵਾਂਸਡ ਜੀਨੋਮਿਕਸ ਦੇ ਜਿਹੜੇ ਪਹਿਲਾ ਜਿਹੜਾ ਪ੍ਰੀਵੈਂਟਿਵ ਹੈਲਥ ਕੇਅਰ ਆ ਕੈਨੇਡਾ ਦੇ ਵਿੱਚ। ਸੋ ਇਹ ਸਾਰਾ ਉਹਨਾਂ ਦਾ ਜਿਹੜਾ ਜੀਵਨ ਦੇ ਵਿੱਚ ਹੁਣ ਤੱਕ ਦਾ ਜਿਹੜਾ ਕੰਮਕਾਰ ਉਹਨਾਂ ਨੇ ਮੈਡੀਕਲ ਫੀਲਡ ਦੇ ਵਿੱਚ ਵਿਚਰਦਿਆਂ ਲੋਕਾਂ ਦੇ ਜਿਹੜੇ ਇਲਾਜ ਕੀਤੇ ਨੇ ਉਸ ਬਾਬਤ। ਤੇ ਆਪਾਂ ਕੁਝ ਸਵਾਲ ਨੇ ਸਰੋਤਿਆਂ ਦੇ, ਤੇ ਪਰ ਇਹਦੇ ਨਾਲ ਆਪਾਂ ਜਿਹੜੇ ਸ਼ੁਰੂ ਕਰਾਂਗੇ ਉਹ ਡਾਇਬਟੀਜ਼ ਤੋਂ ਕਰਾਂਗੇ। ਸ਼ੂਗਰ ਦੀ ਅੱਜ ਕੱਲ੍ਹ ਬਿਮਾਰੀ ਬਹੁਤ ਵੱਡੀ ਡਾਕਟਰ ਨਿਸ਼ਾ ਡੋਗਰਾ ਜੀ, ਹਰ ਘਰ ਦੇ ਵਿੱਚ ਤੁਹਾਨੂੰ ਇਹਦਾ ਮਰੀਜ਼ ਮਿਲ ਜੂਗਾ। ਹਰ ਬੰਦਾ ਇਹ ਚਾਹੁੰਦਾ ਕਿ ਸ਼ੂਗਰ ਤੋਂ ਬਚਿਆ ਕਿਵੇਂ ਜਾਵੇ, ਤੇ ਜੇਕਰ ਕੋਈ ਇਹਦੇ ਜਾਲ ਦੇ ਵਿੱਚ ਫਸ ਗਿਆ ਤੇ ਉਹ ਚਾਹੁੰਦਾ ਕਿ ਮੈਂ ਨਿਕਲਾਂ ਕਿਵੇਂ। ਤੇ ਇੱਕ ਤਾਂ ਜਿਹੜਾ ਆਪਾਂ ਸ਼ੁਰੂਆਤ ਕਰ ਲਈਏ ਆਪਣਾ ਜਿਹੜਾ ਸੈਮੀਨਾਰ ਆ ਉਹਦੇ ਤੋਂ ਹੀ, ਉਹਦੇ ਬਾਰੇ ਜਿਹੜੀ ਬਰੀਫ ਦੇ ਵਿੱਚ ਜਾਣਕਾਰੀ ਜ਼ਰੂਰ ਦੱਸ ਦਿਓ। ਪੰਜਾਬ ਬੈਂਕਟ ਹਾਲ ਦੇ ਵਿੱਚ ਹੋਣ ਜਾ ਰਿਹਾ ਜਿਹੜਾ, ਤੇ ਇਹਦੇ ਨਾਲ ਜਿਹੜਾ ਇਹ ਜਿਹੜੀ ਡਾਇਬਟੀਜ਼ ਆ ਕੀ ਇਹ ਹਾਰਟ ਅਟੈਕ ਦੇ ਜਿਹੜੇ ਰਿਸਕ ਨੇ ਉਹਨਾਂ ਨੂੰ ਵੀ ਵਧਾ ਦਿੰਦੀ ਹੈ ਜੀ? ਜੀ ਬਿਲਕੁਲ ਜੀ ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਇਹ ਜਿਹੜੀ ਬਿਮਾਰੀ ਹੈ ਇਹ ਘਰ ਘਰ ਦੀ ਬਿਮਾਰੀ ਹੋ ਗਈ ਹੈ ਹੁਣ। ਪਹਿਲੇ ਤੇ ਇਹ ਜਿਹੜੀ ਹੁੰਦੀ ਸੀ, ਅਗਰ ਅਸੀਂ 50 ਸਾਲ ਪਹਿਲੇ ਦੀ ਗੱਲ ਕਰੀਏ ਤੇ ਉਦੋਂ ਇਹ ਇੰਨੀ ਬਿਮਾਰੀ ਨਹੀਂ ਸੀ ਹੈ, ਬਹੁਤ ਥੋੜੇ ਲੋਕਾਂ ਨੂੰ ਸੁਣਨੇ ਜਾਂਦੀ ਸੀ। ਲੇਕਿਨ ਹੁਣ ਅਸੀਂ ਦੇਖਦੇ ਪਏ ਹਾਂ ਕਿ ਇਹ ਹਰ ਘਰ ਵਿੱਚ ਬਿਮਾਰੀ ਹੈ। ਔਰ ਕਿਉਂਕਿ ਇਹ 2-3 ਜਨਰੇਸ਼ਨ ਲੰਘ ਗਈ ਹੈ, ਜਿਨ੍ਹਾਂ ਦੇ ਪੇਰੈਂਟਸ ਨੂੰ ਬਿਮਾਰੀ ਹੁੰਦੀ ਹੈ ਅੱਗੇ ਹੋਣੇ ਦੇ ਚਾਂਸਸ ਜ਼ਿਆਦਾ ਹੁੰਦੇ ਕਿਉਂਕਿ ਜੈਨੇਟਿਕ ਦਾ ਬਹੁਤ ਰੋਲ ਹੈ। ਔਰ ਇੱਕ ਜੀਨਸ ਦਾ ਰੋਲ ਨਹੀਂ ਆ, ਮਲਟੀਪਲ ਜੀਨਸ ਇਨਵੋਲਵ ਹੁੰਦੇ ਨੇ ਇਹਦੇ। ਕਿਉਂਕਿ ਜਦੋਂ ਮੈਂ ਟੈਸਟ ਕਰਨੀ ਆ ਮੈਂ ਦੇਖਿਆ ਹੈ ਕਿ ਜਿਹੜੇ ਹਾਰਟ ਅਟੈਕ ਦੇ ਨਾਲ ਜੀਨਸ ਜਿਹੜੇ ਹੁੰਦੇ ਨੇ ਉਹ ਵੀ ਇਹਦੇ ਨਾਲ ਰਿਲੇਟਡ ਹੁੰਦੇ ਨੇ। ਜਿਹਦਾ ਬਲੱਡ ਪ੍ਰੈਸ਼ਰ ਜਾਂ ਕੋਲੇਸਟ੍ਰੋਲ ਦੇ ਜੀਨਸ ਨੇ ਉਹ ਵੀ ਇਨਵੋਲਵ ਹੁੰਦੇ ਨੇ। ਔਰ ਜਿਨ੍ਹਾਂ ਦੀ ਕਿਡਨੀਜ਼ ਖਰਾਬ ਹੁੰਦੀਆਂ ਨੇ ਉਹ ਵੀ, ਜਾਂ ਬ੍ਰੇਨ ਦੀਆਂ ਤਕਲੀਫਾਂ, ਜਾਂ ਜਿਹੜੀਆਂ ਨਰਵਸ ਜਿਹੜੀਆਂ ਨਿਊਰੋਪੈਥੀ ਹੁੰਦੀ ਹੈ। ਸੋ ਇਹ ਗਰੁੱਪ ਆਫ ਜੀਨਸ ਜਿਹੜੇ ਨੇ ਇਨਵੋਲਵ ਹੁੰਦੇ ਨੇ ਇਹ ਜਿਹੜੀ ਡਾਇਬਟੀਜ਼ ਦੇ ਨਾਲ। ਸੋ ਇਹ ਇੱਕ ਇਹਨੂੰ ਕਹੋਗੇ ਸਲੋ ਡੈਥ ਹੁੰਦੀ ਹੈ, ਇੱਕਦਮ ਤੇ ਨਹੀਂ ਬੰਦਾ ਖਤਮ ਹੁੰਦਾ। ਜਿੱਦਾਂ ਹਾਰਟ ਅਟੈਕ ਦੇ ਬਾਅਦ ਹੁੰਦਾ ਕਿ ਇੱਕਦਮ ਡੈਥ ਹੋ ਜਾਂਦੀ, ਬੰਦਾ ਉੱਪਰ ਨੂੰ ਚਲਾ ਜਾਂਦਾ ਹੈ।
ਲੇਕਿਨ ਇਹ ਬਿਮਾਰੀ ਜਿਹੜੀ ਹੈ ਇਹ ਘਰ ਘਰ ਦੀ ਜਿਹੜੀ ਸਲੋਲੀ ਆਹਿਸਤਾ ਆਹਿਸਤਾ ਅੰਦਰੋਂ ਬੋਡੀ ਦੇ ਬੰਦਾ ਜਨ ਬਹੁਤ ਨਾਲ ਖਤਮ ਕਰਦੀ ਹੈ। ਜੀ ਜੀ। ਔਰ ਦੂਸਰੀ ਗੱਲ ਇਹ ਸੈਮੀਨਾਰ ਦੀ ਤੁਸੀਂ ਗੱਲ ਕੀਤੀ ਹੈ, ਮੈਂ ਮਾਫ ਕਰਨਾ, ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੇ 2 ਸੈਮੀਨਾਰ ਹੁੰਦੇ ਪਏ ਨੇ, ਇੱਕ ਸੈਮੀਨਾਰ ਸੈਕਰਾਮੈਂਟੋ ਚ ਹੁੰਦਾ ਪਿਆ ਹੈ ਤੇ ਦੂਜਾ ਮੰਟੇਕਾ ਚ ਹੁੰਦਾ ਪਿਆ ਹੈ। ਜਿਹੜੀ ਸੈਮੀਨਾਰ ਦੀ ਲੋਕੇਸ਼ਨ ਵਗੈਰਾ ਉਹ ਅਸੀਂ ਦੱਸ ਦਿਆਂਗੇ। ਉੱਥੇ ਸੈਕਰਾਮੈਂਟੋ ਚ ਕਮਿਊਨਿਟੀ ਸੈਂਟਰ ਹੈ। ਸੈਕਰਾਮੈਂਟੋ ਪਹਿਲੇ ਵੀ ਉੱਥੇ ਹੀ ਕਰਦੇ ਆ ਸੈਮੀਨਾਰ, ਜਿਹੜੇ ਆਉਂਦੇ ਉਹਨਾਂ ਨੂੰ ਪਤਾ ਹੀ ਹੈ। ਸੋ ਸੈਕਰਾਮੈਂਟੋ ਵੈਸਟ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਚ ਸੈਮੀਨਾਰ ਹੁੰਦਾ ਪਿਆ ਹੈ। ਇਹ ਜਿਹੜਾ ਹੈ ਅਪ੍ਰੈਲ ਜੀ, ਹਾਂਜੀ, ਅਪ੍ਰੈਲ 12 ਨੂੰ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ 4:30 ਤੋਂ ਲੈ ਕੇ 7:30 ਵਜੇ ਤੱਕ ਹੋਏਗਾ। ਠੀਕ ਹੈ ਜੀ। ਅਪ੍ਰੈਲ 12 ਸ਼ਨੀਵਾਰ ਸ਼ਾਮ ਨੂੰ 4:30 ਤੋਂ 7:30 ਵਜੇ ਹੋਏਗਾ। ਜਿਹੜਾ ਮੰਟੇਕਾ ਚ ਹੋਣਾ ਹੈ ਉਹ ਸੈਮੀਨਾਰ ਹੋਏਗਾ ਅਪ੍ਰੈਲ 13 ਨੂੰ, ਉਸ ਦਿਨ ਐਤਵਾਰ ਹੈ, ਸੰਡੇ ਵਾਲੇ ਦਿਨ, ਉਹ ਵੀ 4:30 ਤੋਂ 7:30 ਹੀ ਹੋਏਗਾ। ਸੋ ਟਾਈਮ ਦੋਨਾਂ ਦਾ ਸੇਮ ਹੀ ਹੈ, ਸਿਰਫ ਲੋਕੇਸ਼ਨ ਤੇ ਡੇਟ ਦਾ ਫਰਕ ਹੈ। ਕਿਉਂਕਿ ਕੁਝ ਲੋਕੀ ਕਹਿੰਦੇ ਨੇ ਸਾਨੂੰ ਸ਼ਨੀਵਾਰ ਸੂਟ ਕਰਦਾ ਹੈ, ਕਈ ਕਹਿੰਦੇ ਐਤਵਾਰ ਸੂਟ ਕਰਦਾ ਹੈ। ਤੇ ਜ਼ਿਆਦਾ ਮੰਟੇਕਾ ਤੇ ਸੈਕਰਾਮੈਂਟੋ ਜ਼ਿਆਦਾ ਦੂਰ ਤੇ ਨਹੀਂ ਹੈ ਨੇ, ਪਰ ਹਾਂ ਜਿਹੜੇ ਕਿ ਅੱਗੇ ਜਿਹੜੇ ਫ੍ਰਿਜਨੋ ਦੇ ਜਾਂ ਸੈਨਹੋਜ਼ੇ ਦੇ ਜਾਂ ਅੱਗੋਂ ਵੀ ਕਾਫੀ ਸਾਨੂੰ ਕਾਲਸ ਆਈਆਂ, ਕਹਿੰਦੇ ਕਿ ਅਸੀਂ ਪਹੁੰਚ ਜਾਾਂਗੇ ਉੱਥੇ, ਤੇ ਉਹਨਾਂ ਵਾਸਤੇ ਇੱਕ ਮਿਡਲ ਚ ਰੱਖਿਆ ਕਿ ਉਹਨਾਂ ਵਾਸਤੇ ਈਜ਼ੀ ਹੋ ਜਾਏ। ਤੇ 2 ਸੈਮੀਨਾਰ ਹੁੰਦੇ ਪਏ ਨੇ, ਇੱਕ ਮੰਟੇਕਾ ਵਿੱਚ ਤੇ ਇੱਕ ਸੈਕਰਾਮੈਂਟੋ ਚ ਸੈਮੀਨਾਰ ਹੁੰਦਾ ਪਿਆ। ਠੀਕ ਹੈ ਜੀ। ਇਸ ਸੰਬੰਧੀ ਜੇ ਕਿਸੇ ਦਾ ਸਵਾਲ ਹੈ ਤੇ ਕੀ ਉਹ 419699 ਦੇ ਉੱਤੇ 0626 ਦੇ ਉੱਤੇ ਗੱਲ ਕਰ ਸਕਦਾ, ਜਾਂ ਕੋਈ ਹੋਰ ਵੀ ਨੰਬਰ ਹੈਗਾ, ਜਾਂ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਕੋਈ ਜਿਹੜੀ ਵਿਧੀ ਹੈ ਉਹ ਦੱਸ ਦਿਓ। ਬਿਲਕੁਲ ਜੀ। ਇਹਦੇ ਵਿੱਚ ਕੀ ਜਿਹੜੇ ਟੈਸਟ ਜਿਹੜੇ ਜਾਂ ਤੇ ਸੈਮੀਨਾਰ ਜਿਹੜਾ ਉਹ ਬਿਲਕੁਲ ਫ੍ਰੀ, ਉਹਦੇ ਕੋਈ ਚਾਰਜ ਨਹੀਂ ਹੈ। ਹਾਂ, ਲੇਕਿਨ ਰਜਿਸਟ੍ਰੇਸ਼ਨ ਅਸੀਂ ਰੱਖੀ ਹੈ ਕਿ ਰਜਿਸਟ੍ਰੇਸ਼ਨ ਕਰਾ ਕੇ ਉਹ ਇਹ ਦੱਸ ਸਕਦੇ ਅਸੀਂ ਕਿੰਨੇ ਮੈਂਬਰ ਆਉਂਦੇ ਪਏ ਆ ਤੇ ਸਾਨੂੰ ਕਿਹੜੀਆਂ ਤਕਲੀਫਾਂ ਨੇ। ਕਿਉਂਕਿ ਜਿਸ ਤਰ੍ਹਾਂ ਅਸੀਂ ਡਾਇਬਟੀਜ਼ ਦੀ ਗੱਲ ਕੀਤੀ ਹੈ, ਡਾਇਬਟੀਜ਼ ਦੇ ਬਾਰੇ ਤੇ ਅਸੀਂ ਜ਼ਰੂਰ ਦੱਸਣਾ ਕਿ ਇਹਦੇ ਕੋਲ ਛੁਟਕਾਰਾ ਕਿੱਦਾਂ ਪਾ ਸਕਨੇ ਆ, ਜਾਂ ਆਪਣੇ ਆਰਗਨ ਕਿੱਦਾਂ ਬਚਾਣੇ, ਜਿਹੜੇ ਦਵਾਈਆਂ ਖਾਂਦੇ ਪਏ ਦਵਾਈਆਂ ਕਿੱਦਾਂ ਛੁਡਾ ਸਕਦੇ ਨੇ। ਤੇ ਡਾਇਬਟੀਜ਼ ਦੇ ਬਾਰੇ ਤੇ ਹੈ ਹੀ ਹੈ। ਇਹਦੇ ਇਲਾਵਾ ਜਿਨ੍ਹਾਂ ਨੂੰ ਐਸਿਡਿਟੀ ਹੁੰਦੀ ਹੈ, ਜਾਂ ਕਬਜੀ ਹੈ, ਜਾਂ ਗੈਸ ਬਲੋਟਿੰਗ ਹੁੰਦੀ ਹੈ, ਜਾਂ ਕਈਆਂ ਨੂੰ ਐਲਰਜੀਜ਼ ਹੈ, ਕਈਆਂ ਨੂੰ ਜੋੜਾਂ ਦਰਦਾਂ ਹੁੰਦੀਆਂ ਨੇ, ਹੋਰ ਵੀ ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਹੋਰ ਵੀ ਕਾਫੀ ਤਕਲੀਫਾਂ ਹੁੰਦੀਆਂ ਨੇ। ਤੇ ਅਸੀਂ ਮੇਨ ਜਿਹੜਾ ਮਕਸਦ ਹੈ ਸੈਮੀਨਾਰ ਦਾ ਉਹ ਹੈ ਕਿ ਇਹ ਤਕਲੀਫਾਂ ਕਿਉਂ ਹੁੰਦੀਆਂ ਨੇ, ਇਹ ਬਿਮਾਰੀ ਦੀ ਜੜ ਕਿਉਂ ਹੈ, ਕੀ ਗੱਲ ਹੈ, ਕਿਉਂ ਹੁੰਦੀ ਪਈ ਆ ਮੈਨੂੰ, ਔਰ ਇਹਦੇ ਤੋਂ ਬਚਣੇ ਵਾਸਤੇ ਕਿਹੜੇ ਨੈਚੁਰਲ ਤਰੀਕੇ ਨੇ ਜਿਹਦੇ ਨਾਲ ਕਿ ਬਚ ਕੇ ਅਸੀਂ ਇਹ ਬਿਮਾਰੀਆਂ ਕੋਲੋਂ ਰਾਹਤ ਲੈ ਆਈਏ। ਤਾਂ ਸੈਮੀਨਾਰ ਵਾਸਤੇ ਅਸੀਂ ਜਿਹੜਾ ਫੋਨ ਨੰਬਰ ਇੱਕੋ ਹੀ ਰੱਖਿਆ, ਜਿਹੜਾ ਕਿ ਨੰਬਰ ਹੈ 4196990626 419 626 06 ਮੈਂ ਦੱਸ ਦਿੰਦਾ ਜੀ, ਇੱਕ ਮਿੰਟ। 4196990626 ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ। 419 699 0626 ਦੇ ਉੱਤੇ ਤੁਸੀਂ ਸੈਮੀਨਾਰ ਬਾਬਤ ਜਿਹੜੀ ਵੀ ਗੱਲਬਾਤ ਆ ਜਾਂ ਡਾਕਟਰ ਨਿਸ਼ਾ ਡੋਗਰਾ ਜੀ ਨਾਲ ਕੋਈ ਸਲਾਹ ਕਰਨੀ ਆ ਤੁਸੀਂ ਕਰ ਸਕਦੇ ਹੋ। ਬਿਲਕੁਲ ਜਿਵੇਂ ਉਹਨਾਂ ਨੇ ਦੱਸਿਆ ਕਿ ਪਹਿਲਾ ਜਿਹੜਾ ਸੈਮੀਨਾਰ ਆ ਉਹ 12 ਤਰੀਕ ਨੂੰ ਹੋ ਰਿਹਾ, ਸੈਟਰਡੇ, ਉਸ ਦਿਨ ਸ਼ਨੀਵਾਰ ਬਣਦਾ 4:30 ਤੋਂ 7:30 ਵਜੇ ਤੱਕ। ਇਹ ਜਿਹੜਾ ਹੋ ਰਿਹਾ ਸੈਕਰਾਮੈਂਟੋ ਦੇ ਵਿੱਚ ਹੋ ਰਿਹਾ, ਵੈਸਟ ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ ਜਿਹੜਾ ਕਮਿਊਨਿਟੀ ਸੈਂਟਰ ਆ ਉੱਥੇ ਹੋ ਰਿਹਾ। ਦੂਜਾ ਜਿਹੜਾ ਲੋਕ ਦੂਰ ਦਰਾਡੇ ਆਉਂਦੇ ਨੇ ਉਹਨਾਂ ਦੇ ਲਿਹਾਜ਼ ਦੇ ਨਾਲ ਜਾਂ ਉਹਨਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ, ਉਹਨਾਂ ਦੇ ਟਰੈਵਲ ਨੂੰ ਮੁੱਖ ਰੱਖਦਿਆਂ ਮੈਂਟੀਕਾ ਦੇ ਵਿੱਚ ਉਹ ਅਗਲੇ ਦਿਨ 13 ਅਪ੍ਰੈਲ ਨੂੰ ਜਿਸ ਦਿਨ ਐਤਵਾਰ ਬਣਦਾ ਉਹ ਕਰਵਾ ਰਹੇ ਨੇ 4:30 ਤੋਂ 7:30 ਵਜੇ ਤੱਕ। ਸੋ ਬਿਲਕੁਲ ਜੀ, ਤੁਸੀਂ ਇਹਦੇ ਬਾਰੇ ਤਾਂ ਜਾਣਕਾਰੀ ਦਿੱਤੀ। ਤੇ ਆਪਾਂ ਜਿਹੜਾ ਸ਼ੂਗਰ ਤੋਂ ਸ਼ੁਰੂ ਕੀਤਾ ਸੀਗਾ, ਕੀ ਹੁਣ ਅਗਲਾ ਜਿਹੜਾ ਸਵਾਲ ਆਮ ਹੀ ਬੰਦੇ ਦੇ ਮਨ ਦੇ ਵਿੱਚ ਆ ਜਾਂਦਾ, ਜਾਂ ਜਿਹੜਾ ਬੰਦਾ ਇਸ ਬਿਮਾਰੀ ਤੋਂ ਪੀੜਤ ਹੋਵੇ, ਇਸ ਖੌਫ ਦੇ ਵਿੱਚ ਜਾਂਦਾ ਕਿ ਕੀ ਮੇਰੀਆਂ ਜਿਹੜੀਆਂ ਕਿਡਨੀਆਂ ਨੇ ਉਹ ਵੀ ਖਤਮ ਹੋ ਜਾਣਗੀਆਂ, ਕਿਡਨੀ ਡੈਮੇਜ ਦਾ ਕਿੱਡਾ ਕੁ ਵੱਡਾ ਰਿਸਕ ਹੈ ਜੀ? ਬਿਲਕੁਲ ਜੀ, ਜਿਸ ਲਈ ਅਸੀਂ ਜੀਨ ਟੈਸਟਿੰਗ ਕਰਨੀ ਆ ਜਾਂ ਚੈੱਕਅਪ ਕਰਨੇ ਆ, ਉਹਦੇ ਵਿੱਚ ਫਿਰ ਇਹ ਪਤਾ ਲੱਗਦਾ ਕਿ ਇਸ ਬੰਦੇ ਨੂੰ ਕਿਆ ਕਿਡਨੀ ਦਾ ਰਿਸਕ ਹੈ, ਜਾਂ ਇਹਨਾਂ ਨੂੰ ਹਾਰਟ ਅਟੈਕ ਦਾ ਰਿਸਕ ਹੈ, ਜਾਂ ਬ੍ਰੇਨ ਲੈਵਲ ਤੇ ਡਿਮੈਂਸ਼ੀਆ ਜਾਂ ਅਲਜ਼ਾਈਮਰ ਬਿਮਾਰੀ ਜਿਹੜੀ ਹੁੰਦੀ ਹੈ, ਮੈਮਰੀ ਲਾਸ ਦੀ, ਉਹ ਹੈ। ਕਿਉਂਕਿ ਹਰ ਇੱਕ ਦੇ ਜੀਨਸ ਦੇ ਉੱਤੇ ਡਿਪੈਂਡ ਕਰਦਾ ਕਿ ਤੁਹਾਡੇ ਕਿਹੜੇ ਜੀਨ ਕਮਜ਼ੋਰ ਨੇ, ਕਿਹੜੇ ਚੇਂਜ ਹੁੰਦੇ ਪਏ ਨੇ। ਜਿੱਦਾਂ ਕਿ ਫੈਮਿਲੀ ਬੈਕਗਰਾਉਂਡ ਤੇ ਵੀ ਹੁੰਦਾ ਹੈ ਕਿ ਜਿਸ ਤਰ੍ਹਾਂ ਫੈਮਿਲੀ 'ਚ ਕਿਸੇ ਨੂੰ ਡਿਪਰੈਸ਼ਨ ਹੋਵੇ ਤੇ ਅੱਗੇ ਉਹਨੇ ਦੇ ਬੱਚਿਆਂ ਨੂੰ ਹੋਣੇ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਤੇ ਕਿਡਨੀ ਦੀ ਤੁਸੀਂ ਗੱਲ ਕੀਤੀ ਹੈ, ਤੇ ਇੱਕ ਤੇ ਹੁੰਦਾ ਕਿ ਜੈਨੇਟਿਕਲੀ ਕਈਆਂ ਦੀ ਕਿਡਨੀਜ਼ ਹੀ ਕਮਜ਼ੋਰ ਹੁੰਦੀਆਂ ਨੇ ਕਿਉਂਕਿ ਪੇਰੈਂਟਸ ਨੂੰ ਉਹ ਜਿਹੇ ਚੀਜ਼ ਮਿਲੇ ਹੁੰਦੇ ਨੇ। ਲੇਕਿਨ ਜਿਸ ਵੇਲੇ ਡਾਇਬਟੀਜ਼ ਦੀ ਬਿਮਾਰੀ ਅਗਰ ਹੁੰਦੀ ਹੈ ਤੇ ਉਹਦੇ ਨਾਲ ਵੀ ਕਿਡਨੀਜ਼ ਦੇ ਇਫੈਕਟ ਹੁੰਦਾ ਹੈ। ਉਹ ਕਿਉਂਕਿ ਡਾਇਬਟੀਜ਼ ਦੀ ਬਿਮਾਰੀ ਜਿੱਦਾਂ ਕਹਿੰਦੇ ਸ਼ੂਗਰ ਦੀ ਬਿਮਾਰੀ ਹੈ,
ਤੇ ਬਲੱਡ ਵਿੱਚ ਜਿਹੜੀ ਸ਼ੂਗਰ ਟਰੈਵਲ ਕਰਦੀ ਰਹਿੰਦੀ ਹੈ, ਕਿਉਂਕਿ ਤੁਹਾਡੀ ਇਨਸੂਲਿਨ ਜਿਹੜੀ ਹੈ ਆਪਣੀ, ਜਿਹੜੀ ਟਾਈਪ 2 ਦੀ ਗੱਲ ਕਰੀਏ ਕਿ ਟਾਈਪ 2 ਦੀ ਡਾਇਬਟੀਜ਼ ਵਿੱਚ ਇਹ ਹੁੰਦਾ ਕਿ ਸ਼ੂਗਰ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਜਿਹੜੀ ਤੁਹਾਡੀ ਆਪਣੀ ਇਨਸੂਲਿਨ ਬਣਦੀ ਹੈ ਉਹ ਕੰਮ ਨਹੀਂ ਕਰਦੀ ਹੈ। ਸੋ ਉਹ ਜਿਹੜੀ ਸ਼ੂਗਰ ਜਿਹੜੀ ਹੈ ਉਹ ਅਗਰ ਸਾਰੇ ਖੂਨ ਦੇ ਨਸਾਂ ਚਲਦੀ ਰਹਿੰਦੀ ਹੈ ਤਾਂ ਇੱਕ ਕਿਸਮ ਦੀ ਫਾਇਰ ਇਨ ਦਾ ਬਾਡੀ ਹੋ ਜਾਂਦੀ ਹੈ ਕਿ ਉਹ ਸੋਜ ਵੀ ਬਣਾਉਂਦੀ ਹੈ ਤੇ ਉਹ ਸਾਡੇ ਆਰਗਨ ਨੂੰ ਆਹਿਸਤਾ ਆਹਿਸਤਾ ਕਮਜ਼ੋਰ ਕਰਦੀ ਹੈ। ਸੋ ਕਿਡਨੀ ਦਾ ਕੰਮ ਹੁੰਦਾ ਬਲੱਡ ਨੂੰ ਪਿਊਰੀਫਾਈ ਕਰਨਾ, ਤੇ ਇਸ ਲਈ ਉਹਦੇ ਚ ਬਲੱਡ ਵਿੱਚ ਸ਼ੂਗਰ ਮਿਕਸ ਹੋਈ ਹੁੰਦੀ ਹੈ ਤੇ ਉਹ ਫਿਰ ਉਹਨਾਂ ਵਾਸਤੇ ਲੋਡ ਜ਼ਿਆਦਾ ਬਣਦਾ ਹੈ ਤੇ ਕਿਡਨੀ ਦਾ ਡੈਮੇਜ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਤੇ ਸੈਮੀਨਾਰ ਵਿੱਚ ਅਸੀਂ ਇਹ ਦੱਸਣਾ ਕਿ ਤੁਸੀਂ ਕਿੱਦਾਂ ਆਪਣੀਆਂ ਕਿਡਨੀਆਂ ਨੂੰ ਬਚਾ ਸਕਦੇ ਹੋ, ਤੇ ਅਗਰ ਲੋ ਹੋਈਆਂ ਵੀ ਨੇ ਆਹਿਸਤਾ ਆਹਿਸਤਾ ਉਹਨੂੰ ਤੁਸੀਂ ਇੰਪਰੂਵਮੈਂਟ ਕਿੱਦਾਂ ਹੋ ਸਕਦੀ ਹੈ ਕਿ ਦੁਬਾਰਾ ਤੁਹਾਡੀ ਕਿਡਨੀਆਂ ਕੰਮ ਕਰਨਾ ਸ਼ੁਰੂ ਕਰ ਦੇਣ। ਜੀ ਤੇ ਇਹ ਜਿਹੜੇ ਇਹਦੇ ਇਫੈਕਟਸ ਨੇ, ਆਪਾਂ ਨੂੰ ਇਹਦੇ ਜਿਹੜੇ ਅਸਰ ਨੇ ਕਿ ਹੋਰ ਵੀ ਬੋਡੀ ਪਾਰਟਸ ਦੇ ਉੱਤੇ ਦਿਖਦੇ ਨੇ, ਤੇ ਇੱਕ ਕ੍ਰੋਨਿਕ ਜਿਹੜਾ ਇਨਫਲੇਮੇਸ਼ਨ ਆ ਉਹਦੇ ਬਾਰੇ ਵੀ ਜ਼ਰੂਰ ਦੱਸ ਦਿਓ। ਜੀ ਕ੍ਰੋਨਿਕ ਇਨਫਲੇਮੇਸ਼ਨ ਜਿਹੜੀ ਹੈ ਇਹ ਮੇਨ ਕਾਰਨ ਤੇ ਹੈ ਹੀ ਹੈ, ਕਿਉਂਕਿ ਜਿਹੜੇ ਸਾਡੇ ਖੂਨ ਦੇ ਸੈਲਸ ਹੁੰਦੇ ਨੇ ਉਹਨਾਂ ਵਿੱਚ ਲੱਗੇ ਹੁੰਦੇ ਰਿਸੈਪਟਰ ਕਹਿੰਦੇ ਨੇ ਉਹਨੂੰ, ਜਿੱਦਾਂ ਕਹੋ ਕਿ ਦਰਵਾਜ਼ਾ ਖੁੱਲਾ ਹੁੰਦਾ ਤੇ ਇਨਸੂਲਿਨ ਅੰਦਰ ਜਾਂਦੀ ਹੈ। ਲੇਕਿਨ ਅਗਰ ਇਨਸੂਲਿਨ ਜਿਹੜੀ ਹੈ ਉਹ ਪ੍ਰੋਪਰ ਕੰਮ ਨਹੀਂ ਕਰਦੀ, ਇਸ ਕਰਕੇ ਕਿ ਸਾਡੇ ਸੈੱਲ ਦੇ ਦਰਵਾਜ਼ੇ ਬੰਦ ਹੋ ਜਾਂਦੇ ਸੋਜ ਕਰਕੇ। ਸੋਜ ਮਤਲਬ ਇਨਫਲੇਮੇਸ਼ਨ ਜਿਸ ਲਈ ਹੋ ਜਾਂਦੀ ਤੇ ਸਾਡੇ ਬਾਡੀ ਦੇ ਸੈੱਲ ਦੇ ਰਿਸੈਪਟਰ ਕੰਮ ਨਹੀਂ ਕਰਦੇ, ਇਨਸੂਲਿਨ ਅਗਰ ਜਾਣਾ ਵੀ ਚਾਹੇ ਤੇ ਨਹੀਂ ਆਂਦੀ। ਇਸ ਤਰ੍ਹਾਂ ਹੈ ਜਿਸ ਵੇਲੇ ਦਰਵਾਜ਼ਾ ਬੰਦ ਹੋ ਜਾਏ ਤਾਂ ਅਸੀਂ ਅੰਦਰ ਨਹੀਂ ਜਾ ਸਕਦੇ। ਸੋ ਇਨਫਲੇਮੇਸ਼ਨ ਦਾ ਸ਼ੂਗਰ ਵਾਸਤੇ ਇਹੋ ਹੀ ਕੰਮ ਹੈ ਕਿ ਤੁਹਾਡੇ ਸ਼ੂਗਰ ਜਿਹੜੀ ਹੈ ਅੰਦਰ ਹੀ ਰਹਿੰਦੀ ਹੈ ਤੇ ਦਰਵਾਜ਼ਾ ਬੰਦ ਰਹਿੰਦਾ ਹੈ। ਤਾਂ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਆਰਗਨ ਨੇ ਇਹਦੇ ਨਾਲ ਉਹਦੇ ਤੇ ਵੀ ਇਫੈਕਟ ਪੈਂਦਾ ਹੈ, ਜਿੱਦਾਂ ਸਾਡੇ ਹੱਡੀਆਂ ਜੋੜਾਂ ਵਿੱਚ ਵੀ ਸੋਜ ਹੋ ਜਾਏ ਤੇ ਤਕਲੀਫ ਹੋ ਜਾਂਦੀ ਹੈ। ਹਾਰਟ ਦੇ ਮਸਲ ਜਿਹੜੇ ਨੇ ਉਹਨਾਂ 'ਚ ਸੋਜ ਹੋ ਜਾਏ, ਮਸਲ ਕਮਜ਼ੋਰ ਹੋ ਜਾਣ ਤੇ ਉਹਦੇ 'ਚ ਵੀ ਸੋਜ ਹੋ ਜਾਂਦੀ ਹੈ ਤੇ ਹਾਰਟ ਜਿਹੜਾ ਪੰਪ ਕਰਨਾ ਜਿਹੜਾ ਹੈ ਉਹ ਘਟ ਜਾਂਦਾ ਤੇ ਕਈਆਂ ਦਾ ਹਾਰਟ ਰੇਟ ਵੱਧ ਜਾਂਦਾ ਕਿ ਜ਼ਿਆਦਾ ਪੰਪ ਕਰਦਾ ਹੈ, ਕਿਉਂਕਿ ਸ਼ੂਗਰ ਦੇ ਨਾਲ ਅਲਟਰੇਸ਼ਨ ਆ ਜਾਂਦੀ ਹੈ। ਨਾਰਮਲ ਲੈਵਲ ਕੋਲੋਂ ਉਹਦੇ 'ਚ ਚੇਂਜਸ ਆ ਜਾਂਦੀਆਂ ਨੇ। ਸੇਮ ਲੀਵਰ 'ਚ ਹੁੰਦਾ, ਲੀਵਰ ਵੀ ਫੈਟੀ ਹੋ ਜਾਂਦਾ ਕਿਉਂਕਿ ਲੀਵਰ ਵਿੱਚ ਵੀ ਸੋਜ ਹੋ ਜਾਂਦੀ ਹੈ ਤੇ ਇਹ ਜਿਹੜੇ ਆਰਗਨ ਜਿਹੜੇ ਨੇ ਉਹ ਵਧੀਆ ਕੰਮ ਨਹੀਂ ਕਰਦੇ, ਉਹ ਆਹਿਸਤਾ ਆਹਿਸਤਾ ਕੰਮ ਕਰਨਾ ਘਟ ਕਰ ਦਿੰਦੇ ਨੇ। ਜੀ ਤੇ ਇਹ ਜਿਹੜਾ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕ੍ਰੋਨਿਕ ਜਿਹੜੀ ਇਨਫਲੇਮੇਸ਼ਨ ਹੈ ਜਾਂ ਐਲਰਜੀਜ਼ ਨੇ ਜਿਹੜੀਆਂ, ਇਹਨਾਂ ਦੇ ਨਾਲ ਹਾਰਟ ਅਟੈਕ ਦੇ ਵੀ ਚਾਂਸਸ ਨੇ? ਹਾਂਜੀ, ਕਿਉਂਕਿ ਜਿਹੜੀਆਂ ਐਲਰਜੀਜ਼ ਦਾ ਮਤਲਬ ਹੀ ਇਹੋ ਹੁੰਦਾ ਕਿ ਬਾਹਰੋਂ ਕੋਈ ਚੀਜ਼ ਆਂਦੀ ਪਈ ਹੈ ਜਿਹੜੀ ਸਾਡੀ ਬਾਡੀ ਨੂੰ ਪਸੰਦ ਨਹੀਂ ਹੈ ਤੇ ਉਹ ਸਾਡੀ ਬਾਡੀ ਰਿਐਕਟ ਕਰਦੀ ਹੈ, ਚਾਹੇ ਉਹ ਇਨਫੈਕਸ਼ਨ ਹੈ, ਚਾਹੇ ਕੋਈ ਪੋਲਨਸ ਵਗੈਰਾ ਨੇ, ਚਾਹੇ ਕਿਸੇ ਨੂੰ ਸੀਜ਼ਨਲ ਐਲਰਜੀਜ਼ ਹੁੰਦੀਆਂ ਨੇ, ਜਾਂ ਕਿਸੇ ਨੂੰ ਕਿਸੇ ਵੀ ਚੀਜ਼ ਤੋਂ ਬਾਹਰੋਂ ਕੋਈ ਚੀਜ਼ ਹੈ ਖਾਣੇ ਦੇ ਤਰੀਕੇ 'ਚ, ਕਿਉਂਕਿ ਅੱਜ ਕੱਲ੍ਹ ਖਾਣੇ ਵਿੱਚ ਵੀ ਕਾਫੀ ਕੈਮੀਕਲਸ ਪਾਏ ਹੁੰਦੇ ਨੇ। ਚਾਹੇ ਤੁਸੀਂ ਆਈਸਕ੍ਰੀਮ ਖਾਂਦੇ ਹੋ, ਚਾਹੇ ਡੋਨਟਸ ਖਾਂਦੇ ਹੋ, ਮਫਿਨਸ ਨੇ, ਜਾਂ ਤੁਸੀਂ ਡੈਜ਼ਰਟਸ ਬਾਜ਼ਾਰੋਂ ਲੈਂਦੇ ਹੋ, ਜਾਂ ਸੀਰੀਅਲਸ ਨੇ, ਕੁਝ ਵੀ ਜਿਹੜੇ ਕੈਮੀਕਲ ਲੋਡਡ ਫੂਡ ਹੁੰਦੇ ਨੇ, ਪੈਕਡ ਫੂਡ ਜਿਹਨੂੰ ਕਹਿੰਦੇ ਨੇ ਜਾਂ ਪ੍ਰੋਸੈਸਡ ਫੂਡ ਕਹਿੰਦੇ ਨੇ, ਅਸੀਂ ਅਗਰ ਇਹ ਲਗਾਤਾਰ ਲੈਂਦੇ ਰਹਿੰਦੇ ਆ ਤੇ ਇਹ ਸਾਡੀ ਬਾਡੀ ਲਈ ਮਾਫਿਕ ਨਹੀਂ ਆਉਂਦੇ ਤੇ ਇਸ ਕਰਕੇ ਸਾਡੇ ਐਲਰਜੀਜ਼ ਬਣ ਜਾਂਦੀਆਂ ਨੇ। ਤੇ ਜਿਸ ਵੇਲੇ ਐਲਰਜੀ ਜ਼ਿਆਦਾ ਹੋ ਜਾਂਦੀ ਹੈ ਤਾਂ ਸਾਡੀ ਬਾਡੀ 'ਚ ਸੋਜ ਵੀ ਵੱਧ ਜਾਂਦੀ ਹੈ ਤੇ ਸਾਡੇ ਅੰਦਰ ਜਿਹੜੀਆਂ ਚੇਂਜਸ ਆ ਜਾਂਦੀਆਂ, ਚੇਂਜਸ ਇਨ ਦਾ ਸੈਂਸ ਕਿ ਮੈਟਾਬੋਲਿਜ਼ਮ ਡਿਸਟਰਬ ਹੋ ਜਾਂਦਾ, ਮੈਟਾਬੋਲਿਜ਼ਮ ਕੰਮ ਨਹੀਂ ਕਰਦਾ, ਲੀਵਰ ਫੈਟੀ ਹੋ ਜਾਂਦਾ, ਜਾਂ ਕਈ ਵਾਰੀ ਸਾਨੂੰ ਗੈਸ, ਬਲੋਟਿੰਗ, ਕਬਜੀ ਹੁੰਦੀ ਹੈ, ਜਾਂ ਐਸਿਡ ਲੈਵਲ ਜ਼ਿਆਦਾ ਹੋ ਜਾਂਦਾ ਹੈ। ਤਾਂ ਇਹ ਜਿਹੜੀਆਂ ਨੇ ਇਹ ਦੱਸਦੀਆਂ ਨੇ ਕਿ ਸਾਡੇ ਅੰਦਰ ਜਿਹੜੀਆਂ ਨਾ ਸਿਸਟਮ 'ਚ ਖਰਾਬੀ ਆਉਣਾ ਸ਼ੁਰੂ ਹੋ ਗਈ ਹੈ ਤੇ ਲੌਂਗ ਟਰਮ ਲਈ ਇਹਦਾ ਫਿਰ ਹਾਰਟ ਦੇ ਅਸਰ ਪੈਂਦਾ ਹੈ ਕਿ ਹਾਰਟ 'ਚ ਜਾਂ ਟੌਕਸਿਨ ਡਿਵੈਲਪ ਹੋ ਜਾਂਦੇ ਤਾਂ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਜਾਂ ਕੋਲੇਸਟ੍ਰੋਲ ਵਗੈਰਾ ਜ਼ਿਆਦਾ ਹੋ ਜਾਂਦੇ ਸਾਡਾ ਕੋਲੇਸਟ੍ਰੋਲ ਹਾਈ ਹੋ ਜਾਂਦਾ ਤੇ ਮਸਲ ਕਮਜ਼ੋਰ ਹੋ ਜਾਂਦੇ ਹਾਰਟ ਦੇ। ਤਾਂ ਹਾਂ, ਇਹ ਸਾਇੰਟੀਫਿਕਲੀ ਪ੍ਰੂਵਨ ਹੋ ਗਿਆ ਕਿ ਡਾਇਬਟੀਜ਼ ਪੇਸ਼ੈਂਟ ਵਾਸਤੇ ਹਾਰਟ ਅਟੈਕ ਦਾ ਰਿਸਕ ਜਿਹੜਾ ਹੈ ਉਹ ਡਬਲ ਹੋ ਜਾਂਦਾ ਹੈ। ਇਸ ਕਰਕੇ ਡਾਕਟਰ ਕਈ ਵਾਰੀ ਅਗਰ ਡਾਇਬਟੀਜ਼ ਪੇਸ਼ੈਂਟ ਹੁੰਦਾ ਉਹਨਾਂ ਨੂੰ ਇਦਾਂ ਹੀ ਬਲੱਡ ਪ੍ਰੈਸ਼ਰ ਦੀ ਗੋਲੀ ਲਾ ਦਿੰਦੇ, ਕੋਲੇਸਟ੍ਰੋਲ ਦੀ ਲਾ ਦਿੰਦੇ, ਹਾਰਟ ਪ੍ਰੋਟੈਕਸ਼ਨ ਦੀ ਲਾ ਦਿੰਦੇ, ਜਾਂ ਕਈ ਵਾਰੀ ਕਿਡਨੀ ਪ੍ਰੋਟੈਕਸ਼ਨ ਦੀ ਗੋਲੀਆਂ ਇਦਾਂ ਹੀ ਉਹ ਐਡ ਆਨ ਕਰ ਦਿੰਦੇ ਨੇ। ਸੋ ਸੈਮੀਨਾਰ ਦਾ ਮਤਲਬ ਇਹ ਹੈ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲੇ ਕਿ ਤੁਹਾਨੂੰ ਕੀ ਹੁੰਦਾ ਪਿਆ, ਕਿਸ ਕਰਕੇ ਹੁੰਦਾ ਪਿਆ, ਤੁਹਾਡੇ ਅੰਦਰ ਐਗਜ਼ੈਕਟਲੀ ਕੀ ਸਿਚੁਏਸ਼ਨ ਹੈ ਤੇ ਇਹਨਾਂ ਨੂੰ ਕਿੱਦਾਂ ਇਹ ਸਾਰੀਆਂ ਚੇਂਜਸ ਜਿਹੜੀਆਂ ਆਈਆਂ ਨੇ ਇਹਨੂੰ ਆਹਿਸਤਾ ਆਹਿਸਤਾ ਕਿਸ ਤਰ੍ਹਾਂ ਕਰਕੇ ਘਟਾਉਣਾ ਹੈ। ਔਰ ਡਾਈਟ ਚਾਰਟ ਅਸੀਂ ਦੱਸਣੇ ਆ ਸੈਮੀਨਾਰ ਵਿੱਚ, ਤੇ ਬਿਮਾਰੀਆਂ ਦੀ ਹਰ ਇੱਕ ਦੇ ਅਲੱਗ-ਅਲੱਗ ਕਾਰਨ ਹੁੰਦੇ, ਕੀ ਕਾਰਨ ਹੈ, ਕਿਹੜੇ ਟੈਸਟ ਜਿਹੜੇ ਵਧੀਆ ਰਹਿਣਗੇ ਤੁਹਾਡੇ ਲਈ, ਜਿਹੜੇ ਸੇਫ ਤੇ ਹੋਣ ਤੇ ਜਿਹੜੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਨੂੰ ਸ਼ੂਗਰ ਕਿਉਂ ਹੁੰਦੀ ਪਈ ਹੈ, ਮੈਨੂੰ ਅਲਰਜੀਜ਼ ਕਿਉਂ ਹੁੰਦੀ ਪਈਆਂ ਨੇ, ਤਾਂ ਕਿ ਤੁਹਾਡਾ ਉੱਥੇ ਜਿਹੜਾ ਹੈ ਸਹੀ ਟੈਸਟ ਵੀ ਹੋਣ ਤੇ ਸਹੀ ਟ੍ਰੀਟਮੈਂਟ ਹੋਏ। ਤੇ ਅੱਛਾ, ਇੱਕ ਡਾਕਟਰ ਸਾਹਿਬ ਇਹਦੇ ਚ ਜਿਵੇਂ ਤੁਸੀਂ ਕਿਹਾ ਸੀਗਾ ਵੀ ਜਿਹੜਾ ਫੂਡ ਆ ਉਹ ਤੁਹਾਡੇ ਸਰੀਰ ਉੱਤੇ ਰਿਐਕਟ ਕਰਦਾ, ਕਿਸੇ ਵੀ ਰੋਗ ਉੱਤੇ, ਕਿਸੇ ਵੀ ਬਿਮਾਰੀ ਉੱਤੇ ਰਿਐਕਟ ਕਰਦਾ। ਕਿਹੋ ਜਿਹਾ ਜਿਹੜਾ ਫੂਡ ਆ ਜਿਹੜਾ ਸਾਨੂੰ ਅਵੋਇਡ ਕਰਨਾ ਚਾਹੀਦਾ, ਜਿਹੜਾ ਸਾਨੂੰ ਨਹੀਂ ਖਾਣਾ ਚਾਹੀਦਾ, ਜਿਹਦੇ ਨਾਲ ਅਸੀਂ ਇਹਨਾਂ ਰੋਗਾਂ ਦੀ ਮਾਰ ਹੇਠ ਆ ਜਾਈਏ? ਹਾਂ,
ਅੱਜ ਕੱਲ ਤੇ ਜਿਹੜੇ ਹੁਣ ਸਿਸਟਮ 'ਚ ਚੱਲਦੇ ਪਏ ਆ ਜਾਂ ਜਿਸ ਦੌਰ 'ਚ ਅਸੀਂ ਰਹਿੰਦੇ ਪਏ ਆ, ਜਿਸ ਤਰ੍ਹਾਂ ਮੈਂਸ਼ਨ ਕੀਤਾ ਕਿ ਫਾਸਟ ਫੂਡ ਕਾਫੀ ਜ਼ਿਆਦਾ ਆ ਗਏ ਦੇ ਨੇ, ਔਰ ਹਾਂਜੀ ਜਿੰਨਾ ਫੂਡ ਬਾਜ਼ਾਰੋਂ ਤੁਸੀਂ ਅਗਰ ਪੈਕਡ ਫੂਡ ਲੈਂਦੇ ਹੋ ਜਾਂ ਪ੍ਰੋਸੈਸਡ ਫੂਡ ਲੈਂਦੇ ਹੋ, ਉਹ ਫੂਡ ਜਿਹੜੇ ਨੈਚੁਰਲ ਨਹੀਂ ਹਨ। ਜਿੱਦਾਂ ਪਹਿਲੇ ਫੂਡ ਹੁੰਦੇ ਸੀ ਕਿ ਤੁਸੀਂ ਖੇਤਾਂ 'ਚੋਂ ਡਾਇਰੈਕਟ ਟਮਾਟਰ, ਸਬਜ਼ੀਆਂ, ਖੀਰੇ, ਜੀ ਰੋਟੀ ਪਾਣੀ ਤੁਸੀਂ ਫਰੂਟ ਲੈਂਦੇ ਸੀ। ਲੇਕਿਨ ਅੱਜ ਕੱਲ ਅਸੀਂ ਪੈਕਡ ਫੂਡ ਲੈਂਦੇ ਆ, ਫਰੋਜ਼ਨ ਫੂਡਸ ਲੈਂਦੇ ਆ। ਉਹਨਾਂ ਵਿੱਚ ਕੈਮੀਕਲਸ ਵੀ ਪਾਏ ਹੁੰਦੇ ਨੇ, ਪ੍ਰੀਜ਼ਰਵੇਟਿਵਸ ਹੁੰਦੇ ਨੇ, ਔਰ ਕਾਫੀ ਸਾਰੇ ਜਿਹੜੇ ਨੇ ਔਰ ਐਡ ਔਨ ਚੀਜ਼ਾਂ ਪਾਈਆਂ ਹੁੰਦੀਆਂ ਨੇ, ਜਿਹੜੇ ਨਾਲ ਕਿ ਸਾਡੀ ਬੋਡੀ ਜਿਹੜੀ ਹੈ ਉਹ ਜਲਦੀ ਖਰਾਬ ਹੁੰਦੀ ਹੈ, ਜਾਂ ਸਾਡੀ ਬੋਡੀ ਦਾ ਸਿਸਟਮ ਜਿਹੜੇ ਡਿਸਟਰਬ ਹੋ ਜਾਂਦੇ ਨੇ। ਸੋ ਇਹ ਫੂਡ ਡੇਅਰੀ ਪ੍ਰੋਡਕਟਸ ਘੱਟ ਕੋਲੋਂ ਘੱਟ ਖਾਣੇ ਚਾਹੀਦੇ, ਨਹੀਂ ਖਾਣੇ ਚਾਹੀਦੇ। ਮੀਟ ਵਾਲੀ ਚੀਜ਼ਾਂ ਜਿਹੜੀਆਂ ਨਾਨ ਵੈਜ ਚੀਜ਼ਾਂ ਨੇ, ਮੀਟ ਵਾਲੀਆਂ, ਜਿੱਦਾਂ ਅੱਜ ਕੱਲ੍ਹ ਹੁਣ ਲੋਕਾਂ ਨੇ ਬੀਫ ਖਾਣਾ ਸ਼ੁਰੂ ਕਰ ਦਿੱਤਾ ਹੈ। ਮੈਂ ਦੇਖਿਆ ਬੀਫ ਦੀ ਲੋਕਾਂ ਨੂੰ ਬਹੁਤ ਅਲਰਜੀ ਆਉਂਦੀ ਹੈ। ਅਸੀਂ ਇੱਕ ਟੈਸਟ ਜਿਹੜਾ ਹੈ ਉਹ ਰੱਖਿਆ, ਜਿਹਦੇ ਨਾਲ ਕਿ ਲੋਕਾਂ ਨੂੰ ਛੇਤੀ ਪਤਾ ਲੱਗਦਾ ਕਿ ਕਿਹੜੇ ਫੂਡ ਜਿਹੜੇ ਨੇ ਮੈਨੂੰ ਅਲਰਜੀ ਕਰਦੇ ਪਏ ਨੇ ਜਾਂ ਮੇਰੇ ਅੰਦਰ ਬਿਮਾਰੀਆਂ ਬਣਾਉਂਦੇ ਪਏ ਨੇ। ਉਹ ਬਾਲਾਂ ਦਾ ਟੈਸਟ ਹੁੰਦਾ ਹੈ। ਥੋੜੇ ਜਿਹੇ ਬਾਲ ਲੈ ਕੇ, ਤੁਹਾਡੇ ਥੋੜੇ ਜਿਹੇ ਇੰਨੇ ਕੁ ਬਾਲ ਲੈ ਕੇ, ਇੰਨੇ ਹਰੇ ਬਾਲ ਲੈ ਕੇ ਤੁਸੀਂ ਸਾਨੂੰ ਕੱਟ ਕੇ ਤੇ ਤੁਸੀਂ ਜਿਪ ਲਾਕ 'ਚ ਪਾ ਕੇ ਸਾਨੂੰ ਭੇਜ ਵੀ ਸਕਦੇ ਹੋ। ਜਿਹੜੇ ਦੂਰ ਰਹਿੰਦੇ ਨੇ, ਪਰ ਜਿਹੜੇ ਉੱਥੇ ਸੈਮੀਨਾਰ 'ਚ ਆਉਣਗੇ ਉਹ ਉੱਥੇ ਨਾਲ ਲਿਆ ਸਕਦੇ ਨੇ। ਆਪਣਾ ਪੂਰਾ ਨਾਂ ਤੇ ਡੇਟ ਆਫ ਬਰਥ ਲਿਖਣੀ ਆਪਣੀ, ਤੇ ਜਾਂ ਮੇਲ ਜਾਂ ਫੀਮੇਲ ਜੋ ਵੀ ਹੈ ਉਹ ਲਿਖ ਕੇ ਤੁਸੀਂ ਨਾਲ ਲਿਆਓਗੇ। ਤੇ ਹਫਤਾ 10 ਦਿਨ ਲੱਗਦੇ ਨੇ ਟੈਸਟ ਹੁੰਦੇ, ਤੇ ਉਹਦੇ ਵਿੱਚ ਫਿਰ ਤੁਹਾਨੂੰ ਪੂਰੀ ਲਿਸਟ ਮਿਲ ਜਾਂਦੀ ਕਿ ਇਹ ਖਾਣੇ ਮੈਨੂੰ ਨਹੀਂ ਖਾਣੇ ਚਾਹੀਦੇ, ਇਹ ਖਾਣੇ। ਇਹਨਾਂ ਟੈਸਟ ਦੀ ਕੋਈ ਫੀਸ ਵੀ ਹੈ ਜੀ? ਹਾਂਜੀ, ਇਹ ਟੈਸਟ ਦੀ ਫੀਸ ਹੁੰਦੀ ਹੈ, ਪਰ ਜੈਨੂਅਲ ਫੀਸ ਹੁੰਦੀ ਹੈ, ਕੋਈ ਜ਼ਿਆਦਾ ਫੀਸ ਨਹੀਂ ਹੁੰਦੀ, ਅਫੋਰਡੇਬਲ ਹੈ। ਜਿੰਨੇ ਵੀ ਟੈਸਟ ਹੁੰਦੇ ਉਹਨਾਂ ਦੀ ਫੀਸ ਹੁੰਦੀ ਹੈ, ਲੇਕਿਨ ਜਿਹੜਾ ਸੈਮੀਨਾਰ ਹੈ ਉਹ ਫ੍ਰੀ ਹੈ। ਔਰ ਜਿਹੜੇ ਉਹਦੇ ਬਾਅਦ ਜਿਹੜੀ ਅਪਾਇੰਟਮੈਂਟਸ ਹੁੰਦੀ, ਕਈ ਕਹਿੰਦੇ ਅਸੀਂ ਪਰਸਨਲ ਮਿਲਣਾ ਚਾਹੁੰਦੇ ਆ, ਆਪਣੇ ਰਿਪੋਰਟਸ ਦੱਸਣੇ ਚਾਹੁੰਦੇ ਆ ਜਾਂ ਆਪਣੀ ਹੈਲਥ ਕੰਡੀਸ਼ਨ ਦੱਸਣਾ ਚਾਹੁੰਦੇ ਆ, ਉਹ ਕਈ ਵਾਰੀ ਮੇਰੇ ਕੋਲ ਟਾਈਮ ਲੈ ਲੈਂਦੇ ਨੇ। ਤੇ ਜਿਹੜੇ ਉੱਥੇ ਮੇਰੇ ਨਾਲ ਟਾਈਮ ਲੈਣਾ ਵੀ ਚਾਹੁੰਦੇ ਉਹ ਵੀ ਫ੍ਰੀ ਹੈ, ਉਹਦੇ ਕੋਈ ਚਾਰਜ ਨਹੀਂ ਹੈ ਜੀ। ਜੀ ਤੇ ਜਿਹੜਾ ਆਪਣਾ ਰਿਸਕ ਹੈ ਹਾਰਟ ਡਿਸੀਜ਼ ਦਾ ਜਾਂ ਹੋਰ ਕਿਸੇ ਵੀ ਤਰੀਕੇ ਦਾ, ਉਹਨੂੰ ਆਪਾਂ ਕਿਵੇਂ ਘੱਟ ਕਰ ਸਕਦੇ ਹਾਂ? ਕਿਉਂਕਿ ਆਪਣਾ ਸਮਾਂ ਵੀ ਸਮਾਪਤੀ ਵੱਲ, ਤੇ ਆਪਾਂ ਜਾਂਦੇ ਸੈਮੀਨਾਰ ਬਾਰੇ ਇੱਕ ਵਾਰ ਫਿਰ ਤੋਂ ਜਾਣਕਾਰੀ ਦੇਣਾ। ਮੈਂ ਚਾਹੁੰਦਾ ਕਿ ਇਹਦੇ ਬਾਰੇ ਥੋੜਾ ਬਰੀਫ ਕਰ ਦਿਓ। ਬਿਲਕੁਲ ਜੀ, ਮੋਟੇ ਤਰੀਕੇ ਤੇ ਇੱਕ ਤੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਪ੍ਰਵੀਨ ਜੀ, ਕਿ ਇੱਕ ਤੇ ਜਿਹੜੀ ਕੋਈ ਵੀ ਬਿਮਾਰੀ ਉਹਨੂੰ ਏਦਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨੂੰ ਸੀਰੀਅਸਲੀ ਲੈਣਾ ਚਾਹੀਦਾ। ਕਿਉਂਕਿ ਬਹੁਤ ਸਾਰੇ ਮੈਨੂੰ ਕਹਿੰਦੇ ਕਿ ਅਸੀਂ ਗੋਲੀ ਖਾ ਲੈਣੇ ਤੇ ਕੰਮ ਸਰ ਜਾਂਦਾ ਹੈ। ਉਹ ਅੱਜ ਦਾ ਕੰਮ ਸਰ ਜਾਏਗਾ, ਲੇਕਿਨ ਅਸੀਂ ਆਪਣੇ 2 ਸਾਲ 5 ਸਾਲ 10 ਸਾਲ ਬਾਅਦ ਵੀ ਦੇਖਣਾ ਹੈ, ਕਿਉਂਕਿ ਲਾਈਫ ਦਿੱਤੀ ਹੈ ਤੇ ਇਹੋ ਹੀ ਰਹਿਣੀ ਹੈ। ਇਹੋ ਹੀ ਸਾਡਾ ਮੰਦਿਰ ਹੈ, ਇਹੋ ਹੀ ਸਾਡਾ ਗੁਰਦੁਆਰਾ ਹੈ, ਇਹਦੀ ਅਸੀਂ ਟੇਕ ਕੇਅਰ ਕਰਨੀ ਹੈ। ਸੋ ਜਿੰਨਾ ਸਾਨੂੰ ਪਤਾ ਹੋਏਗਾ, ਨੌਲੇਜ ਹੋਏਗੀ, ਇੰਨਾ ਹੀ ਅਸੀਂ ਆਪਣਾ ਖਿਆਲ ਰੱਖ ਸਕਦੇ ਹਾਂ। ਤੇ ਜਿਹੜੇ ਸੈਮੀਨਾਰਸ ਕਰਨੇ ਆ ਜਾਂ ਅਸੀਂ ਕੈਂਪ ਲਗਾਉਂਦੇ ਆ, ਹੈਲਥ ਕੈਂਪ, ਇਹਨਾਂ ਦਾ ਮਕਸਦ ਮੇਨ ਇਹੋ ਹੀ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਬਿਮਾਰੀਆਂ ਜਿਹੜੀਆਂ ਨੇ ਹੁੰਦੀਆਂ ਕਿਉਂ ਨੇ, ਇਹਨਾਂ ਦੀ ਜੜ ਕੀ ਹੈ, ਇਹਨਾਂ ਨੂੰ ਘਟਾਉਣ ਲਈ ਅਸੀਂ ਆਪਣਾ ਖਿਆਲ ਕਿੱਦਾਂ ਰੱਖਣਾ ਹੈ, ਜਿਹਦੇ ਨਾਲ ਕਿ ਦਵਾਈਆਂ ਵੀ ਘਟ ਜਾਣ ਤੇ ਬਿਮਾਰੀਆਂ ਵੀ ਘਟ ਜਾਣ। ਕਿਉਂਕਿ ਆਫਟਰ ਆਲ ਅਸੀਂ ਆਪੇ ਹੀ ਆਪਣਾ ਖਿਆਲ ਰੱਖਣਾ ਹੈ। ਕੋਈ ਵੀ ਤੁਹਾਡਾ ਇੰਨਾ ਖਿਆਲ ਨਹੀਂ ਰੱਖ ਸਕਦਾ ਜਿੰਨਾ ਤੁਸੀਂ ਆਪੇ ਆਪਣਾ ਖਿਆਲ ਰੱਖਣਾ। ਤੁਸੀਂ ਸੈਮੀਨਾਰ 'ਚ ਪਹੁੰਚੋ, ਉੱਥੇ ਘੁੰਮੋ, ਔਰ ਜਿਹੜੇ ਫੋਨ ਨੰਬਰ ਜਿਹੜਾ ਆਉਂਦਾ ਪਿਆ ਸਕਰੀਨ ਤੇ, ਉਸ ਫੋਨ ਤੇ ਤੁਸੀਂ ਰਜਿਸਟ੍ਰੇਸ਼ਨ ਕਰਾ ਕੇ ਜਾਂ ਕਾਲ ਕਰਕੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰ ਲਓ, ਔਰ ਆਪਣੀਆਂ ਪ੍ਰੋਬਲਮਸ ਦੱਸ ਦਿਓ। ਫੋਨ ਨੰਬਰ ਪ੍ਰਵੀਨ ਹੋਰ ਦੱਸ ਦਿੰਦੇ ਨੇ। ਹਾਂਜੀ ਬਿਲਕੁਲ ਜੀ, ਫੋਨ ਨੰਬਰ ਇਹਨਾਂ ਦਾ, ਜੇ ਤੁਸੀਂ ਸੈਮੀਨਾਰ ਬਾਬਤ ਕਿਸੇ ਤਰ੍ਹਾਂ ਦੀ ਗੱਲ ਕਰਨੀ ਚਾਹੁੰਦੇ ਹੋ, 4196990626 ਇਹਨਾਂ ਦਾ ਫੋਨ ਨੰਬਰ ਆ। ਸੈਮੀਨਾਰ ਬਾਬਤ ਕੋਈ ਵੀ ਤੁਹਾਡੀ ਇਨਕੁਆਇਰੀ ਆ, ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਆ, ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਕੋਈ ਅਪਾਇੰਟਮੈਂਟ ਬਾਰੇ ਕੋਈ ਚਰਚਾ ਕਰਨਾ ਚਾਹੁੰਦੇ ਹੋ, ਵਾਲਾਂ ਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਭੇਜਣਾ ਕੀ ਹੈ, ਡਾਇਬਟੀਜ਼ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਸਵਾਲ ਆ, ਤੁਸੀਂ ਇਹਨਾਂ ਦੇ ਨਾਲ ਇਸ ਨੰਬਰ ਤੇ ਚਰਚਾ ਕਰ ਸਕਦੇ ਹੋ। ਡਾਕਟਰ ਨਿਸ਼ਾ ਡੋਗਰਾ ਜੀ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪ੍ਰੀਵੈਂਟਿਵ ਜਿਹੜੀ ਹੈਲਥ ਕੇਅਰ ਆ ਉਹਦੇ ਵਿੱਚ ਐਜ਼ ਏ ਨਿਊਟ੍ਰੀਸ਼ਨ ਜਿਹੜੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਵੱਡੇ ਅਦਾਰਿਆਂ ਤੋਂ, ਕੈਲੀਫੋਰਨੀਆ ਤੋਂ, ਕੈਨੇਡਾ ਦੇ ਵੱਡੇ ਅਦਾਰਿਆਂ ਦੇ ਨਾਲ ਜੁੜ ਕੇ ਕੰਮ ਕਰ ਚੁੱਕੇ ਨੇ। ਇਹਦੇ ਨਾਲ ਸੈਮੀਨਾਰ ਜਿਹੜਾ ਪਹਿਲਾਂ ਹੋਣ ਜਾ ਰਿਹਾ ਜੀ, ਉਹ ਹੈ ਤਰੀਕ 12 ਅਪ੍ਰੈਲ ਨੂੰ ਹੋਣ ਜਾ ਰਿਹਾ, ਸ਼ਨੀਵਾਰ ਉਸ ਦਿਨ ਬਣਦਾ, ਵੈਸਟ ਸੈਕਰਾਮੈਂਟੋ ਦੇ ਕਮਿਊਨਿਟੀ ਹਾਲ ਦੇ ਵਿੱਚ। ਤੁਸੀਂ ਆਪਣੀਆਂ ਗੱਲਾਂ ਬਾਤਾਂ, ਆਪਣੀਆਂ ਬਿਮਾਰੀਆਂ ਦੇ ਬਾਰੇ ਗੱਲ ਕਰ ਸਕਦੇ ਹੋ। ਜਿਹੜਾ ਦੂਜਾ ਸੈਮੀਨਾਰ ਆ ਉਹ ਤੁਹਾਡੇ ਟਰੈਵਲ ਦੇ ਨੂੰ ਦੇਖਦਿਆਂ ਮੈਂਟਿਕਾ ਦੇ ਵਿੱਚ ਕਰਵਾਇਆ ਜਾ ਰਿਹਾ। ਸੰਡੇ ਬਣਦਾ ਉਸ ਦਿਨ, ਐਤਵਾਰ ਬਣਦਾ। 13 ਅਪ੍ਰੈਲ ਆ, ਸਮਾਂ ਉਹੀ ਹੈ ਦੋਨਾਂ ਦਾ, 4:30 ਤੋਂ 7:30 ਵਜੇ ਤੱਕ। ਨਿਸ਼ਾ ਡੋਗਰਾ ਜੀ, ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ।